ਅੱਜ ਆਪਾਂ ਕਲਾਸ 10 ਦੇ ਚੈਪਟਰ 4 ਦੋ ਘਾਤੀ ਸਮੀਕਰਨ ਕੁਆਡਰੇਟਿਕ ਇਕੁਏਸ਼ਨਸ ਬਾਰੇ ਪੜਾਂਗੇ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਆਪਣਾ ਜਿਹੜਾ ਭਾਗ ਈਡੀ ਹੈ ਉਸ ਵਿੱਚ 4 ਅੰਕ ਵਾਲੇ ਆਪਾਂ ਨੂੰ 7 ਪ੍ਰਸ਼ਨ ਆਣਗੇ। ਉਸ ਵਿੱਚੋਂ ਇੱਕ 4 ਨੰਬਰ ਦਾ ਪ੍ਰਸ਼ਨ ਇਸ ਚੈਪਟਰ ਦੇ ਵਿੱਚੋਂ ਆਵੇਗਾ। ਦੇਖੋ ਦੋ ਘਾਤੀ ਸਮੀਕਰਨ ਕਹਿੰਦੇ ਕਿਸ ਨੂੰ ਹਨ? ਜਦੋਂ ਕਿਸੇ ਸਮੀਕਰਨ ਦੀ ਵੱਡੀ ਤੋਂ ਵੱਡੀ ਘਾਤ 2 ਹੁੰਦੀ ਹੈ ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਦੋ ਘਾਤੀ ਸਮੀਕਰਨ। ਜਦੋਂ ਉਸਦੀ ਚੱਲ ਦੀ ਵੱਡੀ ਤੋਂ ਵੱਡੀ ਘਾਤ ਕਿੰਨੀ ਹੋਵੇ 2 ਹੋਵੇ ਉਸ ਨੂੰ ਕਹਿੰਦੇ ਹਾਂ ਆਪਾਂ ਦੋ ਘਾਤੀ ਸਮੀਕਰਨ। ਤੇ ਦੋ ਘਾਤੀ ਸਮੀਕਰਨ ਦਾ ਡਿਸਕ੍ਰਿਮੀਨੈਂਟ ਪਤਾ ਕਰਨ ਦਾ ਫਾਰਮੂਲਾ ਕੀ ਹੁੰਦਾ ਹੈ? ਡਿਸਕ੍ਰਿਮੀਨੈਂਟ ਡੀ ਮੀਨਸ ਡਿਸਕ੍ਰਿਮੀਨੈਂਟ ਇਹ ਇਕੁਅਲ ਹੁੰਦਾ ਹੈ b² ਮਾਈਨਸ 4ac। ਠੀਕ ਹੈ ਜੀ, b² ਮਾਈਨਸ 4ac। b x ਦੇ ਕੋਐਫੀਸ਼ੀਐਂਟ ਨੂੰ x ਦੇ ਗੁਣਾਂਕ ਨੂੰ ਕਹਿੰਦੇ ਹਾਂ, a x² ਦੇ ਗੁਣਾਂਕ ਨੂੰ, ਤੇ c ਆਪਾਂ ਕੌਂਸਟੈਂਟ ਟਰਮ ਨੂੰ ਜਿਹੜਾ ਆਪਣਾ ਅਚਲ ਪਦ ਹੁੰਦਾ ਹੈ। ਠੀਕ ਹੈ ਜੀ, ਉਸ ਨੂੰ ਕਹਿੰਦੇ ਹਾਂ। ਹੁਣ ਦੇਖੋ ਆਪਣਾ ਜੋ ਪਹਿਲਾ ਪ੍ਰਸ਼ਨ ਦਿੱਤਾ ਹੈ 2x² ਮਾਈਨਸ 4x ਪਲਸ 3 ਬਰਾਬਰ 0। ਦੇਖੋ ਜੋ x² ਦੇ ਨਾਲ ਹੈ ਉਹ ਆਪਣਾ a ਹੈ, x ਦੇ ਨਾਲ b ਤੇ ਵਿਦਆਊਟ x c। ਪਹਿਲਾਂ ਤਾਂ ਤੁਸੀਂ ABC ਦੀ ਪਹਿਚਾਣ ਕਰਨੀ ਸਿੱਖਣੀ ਹੈ, ਫਿਰ ਆਪਾਂ ਨੇ ਰਾਈਟ ਕਰਨਾ ਹੈ ਫਾਰਮੂਲਾ ਡਿਸਕ੍ਰਿਮੀਨੈਂਟ ਦਾ b² ਮਾਈਨਸ 4ac। ਠੀਕ ਹੈ ਜੀ, ਹੁਣ b ਦੀ ਵੈਲਿਊ ਕਿੰਨੀ ਆਪਣੇ ਕੋਲ ਮਾਈਨਸ 4, a ਦੀ ਵੈਲਿਊ 2, c ਦੀ ਵੈਲਿਊ 3। ਮਾਈਨਸ 4 ਦਾ ਸਕੇਅਰ ਮੀਨਸ ਮਾਈਨਸ 4 ਦੀ ਮਲਟੀਪਲਾਈ ਮਾਈਨਸ 4 ਨਾਲ ਕਰਨੀ ਹੈ। ਮਾਈਨਸ ਮਾਈਨਸ ਕੈਂਸਲ ਹੋ ਜਾਏਗਾ, 4 4 ਦਾ 16। ਠੀਕ ਹੈ ਜੀ, ਮਾਈਨਸ 4 ਦਾ ਵਰਕ ਕਰਨ ਦੇ ਕਿੰਨਾ ਆ ਗਿਆ ਆਪਣੇ ਕੋਲ 16। ਫਿਰ ਸੀ ਅੱਗੇ ਮਾਈਨਸ 4 ਦੂਣੀ 8, 8 ਤੀਆ 24। ਜਦੋਂ ਤੁਸੀਂ ਇਹਨੂੰ ਘਟਾ ਕਰਕੇ ਦੇਖੋਗੇ ਤਾਂ ਤੁਹਾਡੇ ਕੋਲ ਆ ਜਾਊਗਾ ਆਨਸਰ ਮਾਈਨਸ 8। ਹੁਣ ਤੁਸੀਂ ਇੱਥੇ ਕੀ ਇੱਕ ਚੀਜ਼ ਸਮਝਣ ਵਾਲੀ ਹੈ ਕਿ ਅਗਰ ਡਿਸਕ੍ਰਿਮੀਨੈਂਟ ਆਪਣਾ ਗ੍ਰੇਟਰ ਦੈਨ 0 ਹੈ, ਮਤਲਬ ਕੀ ਹੈ ਡਿਸਕ੍ਰਿਮੀਨੈਂਟ ਆਪਣਾ ਪੋਜ਼ਿਟਿਵ ਵੈਲਿਊ ਹੈ, ਧਨਾਤਮਕ ਸੰਖਿਆ ਹੈ, ਫਿਰ ਤਾਂ ਆਪਾਂ ਕਹਾਂਗੇ ਕਿ ਜਿਹੜੇ ਆਪਣੇ ਮੂਲ ਨੇ ਉਹ ਵਾਸਤਵਿਕ ਵੀ ਨੇ ਤੇ ਵੱਖ-ਵੱਖ ਵੀ ਨੇ। ਮੂਲ ਵਾਸਤਵਿਕ ਅਤੇ ਵੱਖ-ਵੱਖ ਹਨ। ਮੂਲ ਵਾਸਤਵਿਕ ਦੇ ਕੀ ਹੋ ਜਾਣਗੇ ਵੱਖ-ਵੱਖ, ਜੇਕਰ ਆਪਣਾ d ਇੱਕ ਪੋਜ਼ਿਟਿਵ ਸੰਖਿਆ ਹੈ। ਸੈਕਿੰਡ ਕੰਡੀਸ਼ਨ, ਹੁਣ ਜੇ d ਆਪਣਾ ਬਰਾਬਰ ਆ ਜਾਂਦਾ 0 ਦੇ, ਠੀਕ ਹੈ, d ਦੀ ਵੈਲਿਊ ਕਿੰਨੀ ਆ ਜੇ 0, ਫਿਰ ਆਪਾਂ ਨੇ ਕਹਿਣਾ ਕਿ ਮੂਲ ਵਾਸਤਵਿਕ ਵੀ ਨੇ ਤੇ ਨਾਲ ਬਰਾਬਰ ਵੀ ਹਨ। ਮੂਲ ਵਾਸਤਵਿਕ ਅਤੇ ਬਰਾਬਰ ਹਨ। ਥਰਡ ਕੰਡੀਸ਼ਨ, ਜਦੋਂ d ਦੀ ਵੈਲਿਊ ਲੈਸ ਦੈਨ 0 ਹੋਵੇ, ਮਤਲਬ d ਦੀ ਵੈਲਿਊ ਕੋਈ ਨੈਗੇਟਿਵ ਸੰਖਿਆ ਹੋਵੇ, ਘਟਾ ਦੀ ਸੰਖਿਆ ਹੋਵੇ, ਫਿਰ ਆਪਾਂ ਨੇ ਕੀ ਕਹਿਣਾ ਹੈ ਮੂਲ ਵਾਸਤਵਿਕ ਨਹੀਂ ਹਨ। ਮੂਲ ਵਾਸਤਵਿਕ ਨਹੀਂ ਹਨ। ਹੁਣ ਦੇਖੋ ਆਪਾਂ ਨੂੰ ਕੁਐਸਚਨ ਦੇ ਵਿੱਚ ਕੀ ਕਿਹਾ ਸੀ ਕਿ ਇੱਕ ਤਾਂ ਇਸਦਾ ਡਿਸਕ੍ਰਿਮੀਨੈਂਟ ਪਤਾ ਕਰਨਾ ਹੈ ਤੇ ਫਿਰ ਮੂਲਾਂ ਦੀ ਪ੍ਰਕਿਰਤੀ ਦਾ ਪਤਾ ਲਗਾਓ, ਮਤਲਬ ਨੇਚਰ ਦੱਸਣੀ ਹੈ ਕਿ ਮੂਲਾਂ ਦੀ ਨੇਚਰ ਕਿਵੇਂ ਹੈ, ਜਿਹੜੀ ਉਹਦੀ ਵੈਲਿਊਜ਼ ਨੇ ਉਹਨਾਂ ਦੀ ਪ੍ਰਕਿਰਤੀ ਕਿਵੇਂ ਦੀ ਹੈ। ਦੇਖੋ ਆਪਣਾ d ਕੀ ਆਇਆ ਮਾਈਨਸ ਦਾ, ਮੀਨਸ ਜਿਹੜਾ d ਹੈ ਉਹ ਕੀ ਹੋ ਗਿਆ 0 ਤੋਂ ਛੋਟਾ ਹੋ ਗਿਆ, ਤਾਂ ਆਪਾਂ ਕੀ ਲਿਖਾਂਗੇ ਉਰੇ ਮੂਲ ਵਾਸਤਵਿਕ ਨਹੀਂ ਹਨ। ਠੀਕ ਹੈ ਜੀ, ਜਦੋਂ ਮੂਲ ਵਾਸਤਵਿਕ ਨਹੀਂ ਹਨ ਫਿਰ ਆਪਾਂ ਨੇ ਉਹਨਾਂ ਦੀ x ਦੀ ਵੈਲਿਊਜ਼ ਕੱਢ ਕੇ ਨਹੀਂ ਦਿਖਾਉਣੀਆਂ ਹੈਗੇ, ਤੁਸੀਂ ਇੱਥੇ ਹੀ ਸਟਾਪ ਕਰ ਦੇਣਾ ਕੁਐਸਚਨ। ਪਰ ਇਸ ਕੁਐਸਚਨ 'ਚ ਅੱਗੇ ਮੂਲ ਪਤਾ ਕਰਨ ਲਈ ਨਹੀਂ ਕਿਹਾ ਸੀ, ਜਸਟ ਆਪਾਂ ਨੇ ਡਿਸਕ੍ਰਿਮੀਨੈਂਟ ਪਤਾ ਲਗਾਉਣਾ ਸੀ ਤੇ ਉਸ ਤੋਂ ਬਾਅਦ ਉਸਦੀ ਨੇਚਰ ਦੱਸਣੀ ਸੀ ਕਿ ਮੂਲਾਂ ਦੀ ਪ੍ਰਕਿਰਤੀ ਕੀ ਹੈ। ਇਸ ਦਾ ਸੈਕਿੰਡ ਪਾਰਟ ਦੇਖਦੇ ਹਾਂ, 3x² ਮਾਈਨਸ 2x ਪਲਸ 1/3। 3x² ਮਾਈਨਸ 2x ਪਲਸ 1/3। ਦੇਖੋ ਪਹਿਲਾਂ ਆਪਾਂ ABC ਰਾਈਟ ਕਰਨੇ, A B C। ਫਿਰ ਸੈਕਿੰਡ ਸਟੈਪ ਕੀ ਕਰਨਾ ਤੁਹਾਨੇ ਫਾਰਮੂਲਾ ਰਾਈਟ ਕਰਨਾ, ਫਿਰ ਫਾਰਮੂਲੇ ਦੇ ਵਿੱਚ ਵੈਲਿਊਜ਼ ਨੂੰ ਫਿਲ ਕਰਨਾ। B ਦੀ ਵੈਲਿਊ ਹੈਗੀ ਹੈ -2, A ਦੀ ਵੈਲਿਊ 3, C ਦੀ ਵੈਲਿਊ 1/3। 3 ਨਾਲ ਦੇਖੋ 3 ਕੈਂਸਲ ਹੋ ਗਿਆ,
-2 ਦਾ ਸਕੁਅਰ ਕਿੰਨਾ ਹੋਏਗਾ? -2 ਦਾ ਸਕੁਅਰ ਨਿਕਾਲਣ ਲਈ -2 ਦੀ ਮਲਟੀਪਲਾਈ -2 ਨਾਲ ਕਰ ਦਾਂਗੇ, ਮਾਈਨਸ ਮਾਈਨਸ ਕੈਂਸਲ, 2 2s ਦਾ 4 ਮਾਈਨਸ, ਹੁਣ 4 ਦੀ ਮਲਟੀਪਲਾਈ 1 ਨਾਲ ਕਰਾਂਗੇ, 4 1s ਦਾ 4, ਤਾਂ 4 'ਚੋਂ 4 ਘਟਾਵਾਂਗੇ, 4 'ਚੋਂ 4 ਘਟਾਵਾਂਗੇ ਤਾਂ ਕਿੰਨਾ ਆ ਜਾਏਗਾ? 0। ਜਦੋਂ ਆਪਣਾ ਡਿਸਕ੍ਰਿਮੀਨੈਂਟ 0 ਆ ਜੇ ਫਿਰ ਆਪਾਂ ਨੇ ਕੀ ਕਹਿਣਾ ਹੈ ਕਿ ਆਪਣੇ ਮੂਲ ਕੀ ਹਨ? ਵਾਸਤਵਿਕ ਹਨ ਅਤੇ ਬਰਾਬਰ ਹਨ। ਠੀਕ ਹੈ ਜੀ। ਆਪਾਂ ਹੁਣ ਉਰੇ ਕੀ ਲਿਖਾਂਗੇ? ਮੂਲ ਵਾਸਤਵਿਕ ਹਨ ਅਤੇ ਬਰਾਬਰ ਹਨ। ਮੂਲ ਵਾਸਤਵਿਕ ਅਤੇ ਬਰਾਬਰ ਹਨ। ਮੂਲ ਵਾਸਤਵਿਕ ਅਤੇ ਬਰਾਬਰ ਹਨ। ਇਸ ਦਾ ਥਰਡ ਪਾਰਟ ਇਹ ਤੁਹਾਡਾ ਹੋਮਵਰਕ ਹੈ, ਤੁਸੀਂ ਇਹਨੂੰ ਖੁਦ ਸੋਲਵ ਕਰਨ ਦੀ ਕੋਸ਼ਿਸ਼ ਕਰਨਾ ਹੈ। ਠੀਕ ਹੈ। ਅਗਰ ਤੁਹਾਡੇ ਤੋਂ ਕਰਨ 'ਚ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਕਮੈਂਟਸ ਦੇ ਵਿੱਚ ਦੱਸ ਦੇਣਾ, ਮੈਂ ਸੋਲਵ ਕਰਕੇ ਦਿਖਾ ਦਾਂਗੀ ਨੈਕਸਟ ਵੀਡੀਓ ਵਿੱਚ। ਸੈਕਿੰਡ ਕੁਐਸਚਨ, ਕੇ ਦੇ ਕਿਸ ਮੁੱਲ ਦਾ ਪਤਾ ਲਗਾਓ? ਕੇ ਦੇ ਕਿਸ ਮੁੱਲ ਲਈ ਦੋ ਘਾਤੀ ਸਮੀਕਰਨ 2x² + kx + 3 = 0 ਦੇ ਦੋ ਮੂਲ ਬਰਾਬਰ ਹੋਣਗੇ। ਆਪਾਂ ਨੇ ਕੇ ਦੀ ਵੈਲਿਊ ਫਾਈਂਡ ਕਰਨੀ ਹੈ ਕਿ ਕਹਿੰਦੇ ਕੇ ਦੀ ਵੈਲਿਊ ਕਿੰਨੀ ਹੋਵੇਗੀ ਜਿਸ ਨਾਲ ਜਿਹੜੀ ਇਹ ਦੋ ਘਾਤੀ ਸਮੀਕਰਨ ਹੈ ਇਸ ਦੇ ਜਿਹੜੇ ਦੋ ਮੂਲ ਹੋਣਗੇ ਉਹ ਕੀ ਹੋਣਗੇ? ਬਰਾਬਰ ਹੋ ਜਾਣਗੇ। ਪਹਿਲਾਂ ਆਪਾਂ ਸਮੀਕਰਨ ਰਾਈਟ ਕਰ ਲੈਣੇ ਆ। ਠੀਕ ਹੈ ਜੀ। ਦੇਖੋ ਮੂਲ ਬਰਾਬਰ ਕਦੋਂ ਹੋਣਗੇ? ਮੂਲ ਬਰਾਬਰ ਹਨ। ਜੇ ਮੂਲ ਬਰਾਬਰ ਹਨ ਤਾਂ ਇਸਦਾ ਡਿਸਕ੍ਰਿਮੀਨੈਂਟ ਜਿਹੜਾ ਹੁੰਦਾ ਹੈ ਡੀ ਡਿਸਕ੍ਰਿਮੀਨੈਂਟ ਉਹ ਕਿੰਨਾ ਹੋਵੇਗਾ? 0, ਕਿਉਂਕਿ ਆਪਾਂ ਸਿੱਖਿਆ ਸੀ ਕਿ ਡਿਸਕ੍ਰਿਮੀਨੈਂਟ 0 ਹੋਣ 'ਤੇ ਹੀ ਮੂਲ ਬਰਾਬਰ ਹੁੰਦੇ ਹਨ। ਹੁਣ ਆਪਾਂ ਨੂੰ ਦਿੱਤਾ ਹੋਇਆ ਹੈ ਕੁਐਸਚਨ ਦੇ ਵਿੱਚ ਕਿ ਮੂਲ ਬਰਾਬਰ ਹਨ, ਇਸ ਲਈ ਆਪਾਂ ਨੇ ਕੀ ਲਿਖ ਲਿਆ ਕਿ ਡਿਸਕ੍ਰਿਮੀਨੈਂਟ ਬਰਾਬਰ ਕਿਹਦੇ ਹੋ ਜਾਏਗਾ? 0 ਦੇ। ਡਿਸਕ੍ਰਿਮੀਨੈਂਟ ਦਾ ਫਾਰਮੂਲਾ b² - 4ac ਬਰਾਬਰ 0। ਠੀਕ ਹੈ। ਇਹ ਤੁਸੀਂ ਵੈਸੇ ਵੀ ਯਾਦ ਰੱਖਣਾ ਕਿ ਜਦੋਂ ਮੂਲ ਬਰਾਬਰ ਹੁੰਦੇ ਨੇ ਤਾਂ ਜਿਹੜਾ b² ਆ ਬਰਾਬਰ ਕਿਹਦੇ ਹੋ ਜਾਂਦਾ ਹੈ? 4ac ਦੇ। ਕਈ ਵਾਰ ਇਹ 1 ਮਾਰਕ ਵਾਲਾ ਕੁਐਸਚਨ ਵੀ ਆ ਜਾਂਦਾ ਪੇਪਰ ਦੇ ਵਿੱਚ ਕਿ ਮੂਲ ਬਰਾਬਰ ਕਦੋਂ ਹੁੰਦੇ ਹਨ। ਠੀਕ ਹੈ। ਉਹ ਜੋ ਆਪਸ਼ਨਸ ਦਿੱਤੀਆਂ ਹੁੰਦੀਆਂ ਨੇ ਤਾਂ ਉਹਨਾਂ 'ਚ ਇੱਕ ਆਪਸ਼ਨ ਆਪਣੀ A ਵੀ ਆ ਸਕਦੀ ਹੈ ਜਾਂ ਇੱਦਾਂ ਇਸ ਫਾਰਮ 'ਚ ਵੀ ਲਿਖਿਆ ਹੋ ਸਕਦਾ ਹੈ। ਹੁਣ ਫਾਰਮੂਲਾ ਤਾਂ ਆਪਾਂ ਨੇ ਰਾਈਟ ਕਰ ਲਿਆ, ਇਹਦੇ ਵਿੱਚ ਵੈਲਿਊਜ਼ ਫਿਲ ਕਰਾਂਗੇ। b² - 4ac ਬਰਾਬਰ 0 ਸੀ ਆਪਣਾ। a ਦੀ ਵੈਲਿਊ 2 ਹੈ, b ਦੀ ਵੈਲਿਊ k ਤੇ c ਦੀ ਵੈਲਿਊ 3। ਇਹਦੇ ਸਾਈਡ 'ਤੇ ਰਾਈਟ ਕਰ ਲਿਆ ਕਰੋ। a ਦੀ ਵੈਲਿਊ 2, b ਦੀ ਵੈਲਿਊ k, c ਦੀ ਵੈਲਿਊ 3। ਇੱਥੇ ਫਿਲ ਕਰਾਂਗੇ। ਦੇਖੋ ਜਦੋਂ k ਦਾ ਸਕੁਅਰ ਕਰਾਂਗੇ ਤਾਂ k ਸਕੁਅਰ ਹੀ ਰਹਿ ਜਾਏਗਾ। 4 2s ਦਾ 8, 8 3s ਦਾ 24। ਠੀਕ ਹੈ ਜੀ। ਹੁਣ ਜਿਹੜਾ -24 ਹੈ ਦੂਜੀ ਸਾਈਡ 'ਤੇ ਜਾ ਕੇ ਕਾਹਦਾ ਹੋ ਜਾਏਗਾ? ਪੋਜ਼ੀਟਿਵ। ਹੁਣ ਜਿਹੜਾ 24 ਹੈ ਇਸ ਨੂੰ ਆਪਾਂ ਕੀ ਲਿਖ ਸਕਦੇ ਹਾਂ? 2 दूनी 4, 4 दूनी 8, 8 ਤੀਆ 24। ਜਿਹੜਾ ਇਹ ਸਕੁਅਰ ਹੈ ਵਰਗ ਹੈ ਇਹ ਦੂਜੀ ਸਾਈਡ 'ਤੇ ਜਾ ਕੇ ਕੀ ਹੋ ਜਾਊਗਾ? ਵਰਗਮੂਲ। ਜਿਹੜਾ ਵਰਗਮੂਲ ਲਗਾਉਂਦੇ ਆ ਤਾਂ ਇਸ ਦੇ ਅੱਗੇ ਆਪਾਂ ਕੀ ਲਗਾ ਦਿੰਦੇ ਆ? ਪਲੱਸ ਮਾਈਨਸ। ਠੀਕ ਹੈ ਜੀ। ਹੁਣ ਦੇਖੋ 2 ਦਾ ਪੇਅਰ ਬਣ ਗਿਆ, ਜੋੜਾ ਬਣ ਗਿਆ, 2 ਕੀ ਆ ਗਿਆ ਬਾਹਰ, ਅੰਦਰ ਕੀ ਰਹਿ ਗਿਆ? 2 ਤੀਏ 6। ਤਾਂ k ਦੀ ਵੈਲਿਊ ਕੀ ਆ ਗਈ? ਇੱਕ ਤਾਂ ਆ ਗਈ ਆਪਣੀ 2 ਵਰਗਮੂਲ 6, ਇੱਕ ਆ ਜੂਗੀ -2 ਵਰਗਮੂਲ 6। ਦੋ ਵੈਲਿਊਜ਼ ਆ ਜਾਣਗੀਆਂ k ਦੀਆਂ। ਠੀਕ ਹੈ ਜੀ। ਅਗਲਾ ਕੁਐਸਚਨ ਦੇਖਦੇ ਹਾਂ। ਥਰਡ ਕੁਐਸਚਨ, ਦੋ ਘਾਤੀ ਸਮੀਕਰਨ ਦੇ ਮੂਲ ਪਤਾ ਕਰੋ। ਦੇਖੋ ਜਦੋਂ ਆਪਾਂ ਨੇ ਕਿਸੇ ਦੋ ਘਾਤੀ ਸਮੀਕਰਨ ਦੇ ਮੂਲ ਪਤਾ ਕਰਨੇ ਹੁੰਦੇ ਨੇ ਤਾਂ ਆਪਾਂ ਦੋ ਮੈਥਡਸ ਲਗਾ ਸਕਦੇ ਹਾਂ। ਪਹਿਲਾ ਹੈਗਾ ਆਪਣਾ ਕਿ ਆਪਾਂ ਉਸਦੇ ਫੈਕਟਰਸ ਬਣਾ ਕੇ ਪਤਾ ਕਰ ਸਕਦੇ ਹਾਂ, ਗੁਣਨਖੰਡ ਵਿਧੀ ਨਾਲ ਕਰ ਸਕਦੇ ਹਾਂ। ਦੂਜਾ ਹੈਗਾ ਆਪਾਂ ਉਸਦਾ ਪਹਿਲਾਂ ਡਿਸਕ੍ਰਿਮੀਨੈਂਟ ਕੱਢ ਕੇ ਫਿਰ ਜਿਹੜਾ x ਦਾ ਫਾਰਮੂਲਾ ਹੁੰਦਾ ਹੈ -b + ਵਰਗਮੂਲ d/2a ਉਹ ਲਗਾ ਕੇ ਇਸਦੇ ਮੂਲ ਕੱਢ ਸਕਦੇ ਹਾਂ। ਠੀਕ ਹੈ ਜੀ। ਡਿਸਕ੍ਰਿਮੀਨੈਂਟ ਵਿਧੀ ਨਾਲ ਕਰ ਸਕਦੇ ਹਾਂ ਜਾਂ ਫਿਰ ਗੁਣਨਖੰਡ ਵਿਧੀ ਨਾਲ। ਇੱਥੇ ਆਪਾਂ ਕੁਐਸਚਨਸ ਨੂੰ ਦੋਨੇ ਵਿਧੀਆਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ।
ठीक है जी। ਤੁਹਾਨੂੰ ਜਿਹੜੀ ਵਿਧੀ ਆਸਾਨ ਲੱਗਦੀ ਹੈ ਤੁਸੀਂ ਪੇਪਰ ਦੇ ਵਿੱਚ ਉਸ ਵਿਧੀ ਦੀ ਵਰਤੋਂ ਕਰ ਸਕਦੇ ਹੋ। ਆਪਾਂ ਨੂੰ ਫਰਸਟ ਕੁਐਸਚਨ ਦਿੱਤਾ ਹੋਇਆ ਹੈ x² - 3x - 10 ਬਰਾਬਰ 0। ठीक है जी, ਇਹ ਆਪਣਾ ਫਰਸਟ ਕੁਐਸਚਨ ਹੈ। ਦੇਖੋ x² ਦੇ ਨਾਲ ਕੀ ਹੁੰਦਾ ਹੈ, ਅਗਰ ਕੋਈ ਨੂਮੈਰੀਕਲ ਵੈਲਿਊ ਤੁਹਾਨੂੰ ਨਹੀਂ ਦਿਖ ਰਹੀ ਹੈਗੀ ਤਾਂ ਉਹਦੇ ਨਾਲ ਕੀ ਲਗਾ ਲੈਣਾ ਹੈ 1। a ਦੀ ਵੈਲਿਊ ਹੈਗੀ ਹੈ 1, b ਦੀ ਕਿੰਨੀ ਹੈ -3 ਤੇ c ਦੀ ਹੈਗੀ ਆਪਣੀ -10। ਠੀਕ ਹੈ, a ਦੀ ਵੈਲਿਊ 1, b ਦੀ -3, c ਦੀ -10। डिस्क्रिमिनेंट ਕੱਢਾਂਗੇ ਪਹਿਲਾਂ ਆਪਾਂ ਇਸਦਾ। डिस्क्रिमिनेंट ਕੀ ਹੁੰਦਾ ਹੈ b² - 4ac। b ਦੀ ਵੈਲਿਊ -3 ਫਿਲ ਕਰ ਦਾਂਗੇ, a ਦੀ ਵੈਲਿਊ 1, c ਦੀ ਵੈਲਿਊ -10। -3 ਦਾ ਵਰਗ ਮੀਨਸ -3 ਦੀ -3 ਨਾਲ ਗੁਣਾ, ਮਾਈਨਸ ਮਾਈਨਸ ਕੈਂਸਲ, 3 ਦੀ 3 ਨਾਲ ਗੁਣਾ ਕਰਾਂਗੇ ਕਿੰਨਾ ਆ ਜਾਊਗਾ 9। ਮਾਈਨਸ ਨਾਲ ਮਾਈਨਸ ਕੈਂਸਲ ਕੀ ਬਣ ਗਿਆ ਇਹ ਪਲੱਸ। 4 ਦੀ ਗੁਣਾ 1 ਨਾਲ ਕਰਾਂਗੇ 4, 4 ਦੀ ਗੁਣਾ 10 ਨਾਲ ਕਰਾਂਗੇ ਕਿੰਨਾ ਆ ਜਾਊਗਾ 40। 9 ਤੇ 40 ਕਿੰਨੇ ਬਣ ਗਏ 49। ਡਿਸਕ੍ਰਿਮੀਨੈਂਟ ਕਿੰਨਾ ਆ ਗਿਆ ਆਪਣਾ 49। ਤਾਂ ਆਪਾਂ ਕੀ ਕਹਾਂਗੇ ਆਪਣੇ ਮੂਲ ਵਾਸਤਵਿਕ ਵੀ ਨੇ ਤੇ ਵੱਖ-ਵੱਖ ਵੀ ਨੇ। ਹੁਣ ਅੱਗੇ ਨਿਕਾਲਣ ਦਾ ਫਾਰਮੂਲਾ ਕੀ ਹੈ x ਬਰਾਬਰ -b + ਵਰਗਮੂਲ d ਬਟਾ 2a। ਇਹ ਤੁਸੀਂ ਯਾਦ ਕਰਨੇ x ਬਰਾਬਰ -b + ਵਰਗਮੂਲ d ਬਟਾ 2a। ਹੁਣ ਇਹ 'ਚ ਵੈਲਿਊਜ਼ ਫਿਲ ਕਰਾਂਗੇ। b ਦੀ ਵੈਲਿਊ ਕਿੰਨੀ ਹੈ ਆਪਣੇ ਕੋਲ -3, d ਦੀ ਵੈਲਿਊ ਕਿੰਨੀ ਆਈ ਹੈ 49, a ਦੀ ਵੈਲਿਊ ਕਿੰਨੀ ਸੀ 1, ਮਾਈਨਸ ਮਾਈਨਸ ਕੈਂਸਲ, ਪਲੱਸ ਮਾਈਨਸ। ਦੇਖੋ 49 ਦਾ ਵਰਗਮੂਲ ਕਿੰਨਾ ਹੁੰਦਾ ਹੈ, 49 ਨੂੰ ਆਪਾਂ ਲਿਖ ਸਕਦੇ ਹਾਂ 7 × 7, 7 ਦਾ ਪੇਅਰ ਬਣ ਕੇ ਇਹ ਬਾਹਰ ਆ ਜਾਏਗਾ ਵਰਗਮੂਲ ਤੋਂ। ਤਾਂ 49 ਦਾ ਵਰਗਮੂਲ ਹੁੰਦਾ ਹੈ 7, ਨੀਚੇ 2 × 2। ਹੁਣ ਜਿਹੜੇ ਪਲੱਸ ਮਾਈਨਸ ਹੈ ਤਾਂ ਮੀਨਿੰਗ ਕੀ ਹੈ ਕਿ ਇਹਨਾਂ ਸੰਖਿਆਵਾਂ ਨੂੰ ਤੁਸੀਂ ਇੱਕ ਵਾਰੀ ਪਲੱਸ ਦਾ ਲਿਖਣਾ ਹੈ ਤੇ ਇੱਕ ਵਾਰੀ ਮਾਈਨਸ ਦਾ ਲਿਖਣਾ ਹੈ। ਠੀਕ ਹੈ, 3 ਤੇ 7 ਕਿੰਨਾ ਹੋ ਗਿਆ 10। 3 - 7 ਕਿਹਦੇ ਬਰਾਬਰ ਹੁੰਦਾ ਇਹ -4 ਦੇ। ਠੀਕ ਹੈ ਜੀ, 7 ਚੋਂ 3 ਘਟਾਏ 4, ਬੜੀ ਵੈਲਿਊ ਦੇ ਅੱਗੇ ਜਿਹੜਾ ਸਾਈਨ ਹੋਏਗਾ ਉਹੀ ਆਪਣਾ ਆਨਸਰ ਦੇ ਅੱਗੇ ਲੱਗ ਜਾਏਗਾ। 10 ਨੂੰ 2 ਤੇ ਭਾਗ ਕਰਾਂਗੇ 5, ਮਾਈਨਸ ਦਾ ਮਾਈਨਸ, 4 ਨੂੰ 2 ਤੇ ਭਾਗ ਕਰਾਂਗੇ 2। ਤਾਂ ਆਪਣੇ ਜਿਹੜੇ ਮੂਲ ਆਏ ਨੇ ਉਹ ਕੀ ਨੇ, ਇੱਕ 5 ਤੇ ਇੱਕ -2। ਉਹ ਇੱਥੇ ਆਪਣੇ ਕੋਲ ਕੁੱਲ 9 ਪ੍ਰਸ਼ਨ ਨੇ ਜਿਨ੍ਹਾਂ ਦੇ ਆਪਾਂ ਨੇ ਮੂਲ ਪਤਾ ਕਰਨੇ ਨੇ। ਠੀਕ ਹੈ ਜੀ, ਮੈਂ ਸਿਰਫ ਇਹਦੇ ਵਿੱਚ 2 ਪ੍ਰਸ਼ਨ ਹੀ ਕਰਾਂਗੀ, ਬਾਕੀ ਦੇ ਕੁਐਸਚਨ ਤੁਸੀਂ ਸੋਲਵ ਕਰਨੇ ਹਨ। ਅਗਰ ਤੁਹਾਨੂੰ ਕਿਸੇ ਵੀ ਕੁਐਸਚਨ 'ਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਮੈਂਟਸ ਦੇ ਵਿੱਚ ਦੱਸ ਦੇਣਾ, ਆਪਾਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰ ਲਵਾਂਗੇ। ਇਸ ਦੇ ਵਿੱਚ ਆਪਾਂ ਇੱਕ ਕੁਐਸਚਨ ਡਿਸਕਸ ਕਰਦੇ ਹਾਂ। ਇਹ ਆਪਣੇ ਪਿਛਲੇ ਸਾਲ ਦੇ ਜਿਹੜੇ ਫਾਈਨਲ ਐਗਜ਼ਾਮ ਸੀ ਉਹਦੇ ਵਿੱਚ ਆਇਆ ਸੀ। 6x² -x - 2 = 0। ਦੇਖੋ ਜਿਹੜਾ ਇਹ ਕੁਐਸਚਨ ਹੈ ਇਸ ਨੂੰ ਆਪਾਂ ਦੂਜੀ ਵਿਧੀ ਨਾਲ ਕਰਾਂਗੇ, ਫੈਕਟਰਾਈਜੇਸ਼ਨ ਮੈਥਡ ਨਾਲ ਕਰਾਂਗੇ, ਗੁਣਨਖੰਡ ਵਿਧੀ ਨਾਲ ਕਰਾਂਗੇ। ਗੁਣਨਖੰਡ ਵਿਧੀ ਲਈ ਕਰਨਾ ਕੀ ਹੁੰਦਾ ਤੁਹਾਨੂੰ ਕਿ ਜਿਹੜੀ ਆਪਣੀ x² ਦੇ ਨਾਲ ਸੰਖਿਆ x² ਦਾ ਗੁਣਾ ਕੇ ਤੇ ਜਿਹੜੀ ਵਿਦਆਊਟ x ਵਾਲੀ ਟਰਮ ਹੈ ਇਹਨਾਂ ਦੋਨਾਂ ਦੀ ਗੁਣਾ ਕਰ ਲਓ। ਪਹਿਲਾਂ 6 ਤੇ -2 ਦੀ ਗੁਣਾ ਕਰਾਂਗੇ ਤਾਂ ਕਿੰਨਾ ਆ ਜਾਏਗਾ ਆਪਣੇ ਕੋਲ -12। ਆਪਣੇ ਕੋਲ ਆ ਜਾਏਗਾ -12। ਹੁਣ ਦੇਖੋ ਆਪਾਂ ਨੇ -12 ਨੂੰ ਐਵੇਂ ਦੀ ਦੋ ਸੰਖਿਆਵਾਂ ਦੇ ਵਿੱਚ ਵੰਡਣਾ ਹੈ ਕਿ ਗੁਣਾ ਕਰਕੇ -12 ਆਵੇ ਤੇ ਉਹਨਾਂ ਨੂੰ ਜੋੜ ਕਰਕੇ ਜਾਂ ਘਟੋ ਕਰਕੇ ਜਿਹੜੇ x ਦਾ ਗੁਣਾਕ ਹੈ, ਦੇਖੋ x ਦਾ ਗੁਣਾਕ ਕਿੰਨਾ ਹੈ -1। ਠੀਕ ਹੈ, x ਦਾ ਗੁਣਾ ਕਿੰਨਾ ਹੈ -1, ਮਤਲਬ ਉਹਨਾਂ ਦੋਨਾਂ ਸੰਖਿਆਵਾਂ ਨੂੰ ਜੋੜ ਕੇ ਜਾਂ ਘਟਾ ਕਰਕੇ ਆਪਣੇ ਕੋਲ -1 ਆਉਣਾ ਚਾਹੀਦਾ ਹੈ। ਦੇਖੋ 12 -12 ਕਿਹੜੀ ਸੰਖਿਆਵਾਂ ਨੂੰ ਗੁਣਾ ਕਰਕੇ ਆ ਸਕਦਾ ਹੈ। ਆਪਾਂ ਪਹਿਲਾਂ ਵਿਦਆਊਟ ਮਾਈਨਸ ਦੇਖਦੇ ਹਾਂ, ਮਾਈਨਸ ਨੂੰ ਛੋੜ ਦਿਓ। 12 ਦੇਖੋ ਇਹ ਆ ਸਕਦਾ 2 ਤੇ 6 ਨੂੰ ਗੁਣਾ ਕਰਕੇ,
ठीक है। 3 ਤੇ 4 ਨੂੰ ਗੁਣਾ ਕਰਕੇ 1 ਤੇ 12 ਨੂੰ ਗੁਣਾ ਕਰਕੇ ਆ ਸਕਦੇ ਆ। देखो 2 ਤੇ 6 ਨੂੰ जो ਆਪਾਂ जोड़ के देखिए ਜਾਂ घटा करके देखिए अपना ਜਿਹੜਾ 1 है वो नहीं आता। ठीक है। 3 ਤੇ 4 देखो 3 ਤੇ 4 ਦੀ ਗੁਣਾ ਕਰਕੇ 12 आ रहे हैं तो 3 ਤੇ 4 ਨੂੰ ਘਟਾ ਕੇ 1 भी आ रहा अपना। ठीक है। 1 ਤੇ 12 ਦੀ ਗੁਣਾ ਕਰਕੇ 12 ਤਾਂ ਆਂਦਾ है पर ਇਹਨਾਂ ਨੂੰ ਘਟਾ ਕੇ जोड़ करके 1 नहीं आता। ਤਾਂ ਇਹ ਵੀ ਨਹੀਂ ਆਪਣੀ ਵੈਲਿਊਜ਼ ਹੋ ਸਕਦੀਆਂ, ਇਹ ਵੀ ਨਹੀਂ ਹੋ ਸਕਦੀਆਂ। ਸਿਰਫ ਆਪਣੀ ਜਿਹੜੀ ਕੀ ਵੈਲਿਊਜ਼ ਹੋ ਸਕਦੀਆਂ ਨੇ 3 ਅਤੇ 4। ਹੁਣ ਦੇਖੋ ਜਿਹੜਾ 3 ਅਤੇ 4 ਹੈ ਇਹਨਾਂ ਨੂੰ ਗੁਣਾ ਕਰਕੇ -12 ਆਵੇ, ਜੋੜ ਜਾਂ ਘਟੋ ਕਰਕੇ ਇਹਨਾਂ ਨੂੰ ਕੀ ਆਵੇ -1 ਆਵੇ। ਦੇਖੋ 4 ਦੇ ਵਿੱਚੋਂ 3 ਘਟਾ ਕੇ 1 ਦਾ ਆ ਜਾਊਗਾ, ਪਰ -1 ਕਦੋਂ ਆਊਗਾ ਜਦੋਂ ਬੜੀ ਸੰਖਿਆ ਘਟੋ ਦੀ ਹੋਵੇ ਤੇ ਛੋਟੀ ਸੰਖਿਆ ਕਾਦੀ ਹੋਵੇ जोड़ दी। ठीक है। जो बड़ी संख्या घटो दी होवे छोटी संख्या जोड़ दी होवे तां आपां इहनूं की लिखांगे -4 + 3 ते इह किहदे इक्वल होगा -1 दे। ते जदों -4 दी गुणा 3 नाल करांगे तां किन्ना आ जाऊगा -12। तां हुण आपां ने की करना है कि जिहड़ी अपने कोल स्टेटमेंट सी -1x हम आप उस जगह पर की लिख देंगे -4 + 3। -1 की प्लेस पर की लिख देंगे -4 + 3। हम देखो ये x लग्या होया सी ते इन्हां दोनों के नाल भी की लगा देंगे आप x अगे -2 = 0। हम देखो इन्हां पहलियां दो टर्म्स दे विच की कॉमन है, ये दोनों एक तो 2 के पहाड़े ते आंदियां ने ते दोनों कोल x भी है तो 2x की आ गया कॉमन। हुण 2 की गुणा किहदे नाल करिए 6 आ जाए 3 नाल, 2 × 6 हुंदा है। इस को 2 एक्सां सीआं, 1 x बाहर आ गई 1 x अंदर हैगी, फिर की है माइनस। हुण 2x की गुणा किहदे नाल करिए कि 4x बन जाए 2 नाल। ठीक है। 2x की गुणा 2 नाल करांगे तो की बन जाऊगा 4x। हुण अगे देखो इन्हां दोनों टर्म्स विच की चीज़ कॉमन है, सिर्फ इन्हां कोल ਜਿਹੜਾ कॉमन है वो की है 1 है कि ये दोनों 1 के पहाड़े ते आंदियां ने। ठीक है। बाकी ये आपां उहनूं ब्रैकेट च लिख लांगे। ये जिहड़े दोनों ब्रैकेट्स ने इन्हां दी वैल्यू सेम आनी चाहिए हमेशा अपने कोल। ठीक है। कॉमन ब्रैकेट्स नूं आपां ने लिख लिया, पिछे की बच गया 2x, उरे की बच गया +1। अपने कोल इस समीकरण के गुणनखंड दा बन गए। ठीक है। आपां ने इसके मूल पता करने, तो मूल पता करने लई दोनों ब्रैकेट्स वाली वैल्यूज़ नूं 0 दे इक्वल रख लांगे आपां। देखो जो -2 है दूसरी साइड ते जाके बन जाएगा +2, जो +1 है दूसरी साइड जाके बन जाएगा -1। ठीक है जी। x की वैल्यू आ जाएगी अपनी 2/3, 3 इधर आ जाएगा, एक x की वैल्यू बन जाएगी -1/2। तो आप की कहांगे कि अपने दो मूल किहड़े-किहड़े ने 2/3, एक -1/2। ठीक है जी। ये अपने x दी वैल्यूज़ आईयां ने। देखो तुसी कोई भी मैथड लगा लो, चाहे डिस्क्रिमिनेंट वाला लगाओ चाहे लगाओ तुसी गुणनखंड विधि, हमेशा जो तुहाडे आंसर्स आएंगे वो हमेशा की आएंगे सेम आएंगे। ठीक है। ये सारे क्वेश्चंस ने तुसी एक बार नोट कर लो अपनी नोटबुक ते, एक बार खुद करने की कोशिश करना सारिਆਂ ਨੂੰ दोनों मैथड्स ਦੇ ਨਾਲ। ठीक है। ਜਿਹੜਾ ਤੁਹਾਨੂੰ ईजी लगता है तुसी पेपर ਦੇ ਵਿੱਚ ਉਹਦੇ ਨਾਲ ਕਰ ਸਕਦੇ ਹੋ। ਜੇ ਤੁਹਾਨੂੰ स्पैशली लिख के आंदा है कि तुमने गुणनखंड विधि लगानी है फिर ਤੁਹਾਨੂੰ ਉਹੀ विधि लगानी पेगी। जे इत्थे कुछ मैंशन नहीं हैगा सी तो आप कोई भी विधि लगा सकते हैं। 4th क्वेश्चन देखते हैं। दो संख्यावां पता करो जिन्हां दा जोड़ 27 है अते गुणनफल 182 होवे। ठीक है जी। देखो आप मान लेने मान लो पहली संख्या x है, आपने लेट कर लिया कि जेड़ा अपना फर्स्ट नंबर है वह की है x है
ਤੇ ਜੋ ਸੈਕਿੰਡ ਨੰਬਰ ਬਣ ਜਾਏਗਾ, ਦੂਜੀ ਸੰਖਿਆ ਬਣ ਜਾਏਗੀ। ਜਦੋਂ ਤੁਹਾਨੂੰ ਦੋ ਸੰਖਿਆਵਾਂ ਦਾ ਜੋੜ ਦਿੱਤਾ ਹੋਵੇ ਤੇ ਤੁਸੀਂ ਕੀ ਕਰਨਾ ਹੈ, ਦੂਜੀ ਸੰਖਿਆ ਪਤਾ ਕਰਨ ਲਈ ਜੋੜ ਦੇ ਵਿੱਚੋਂ ਘਟਾ ਕਰ ਦਾਂਗੇ ਪਹਿਲੀ ਸੰਖਿਆ ਨੂੰ। ਠੀਕ ਹੈ, ਹੁਣ ਆਪਾਂ ਨੂੰ ਕੀ ਕਿਹਾ ਸੀ ਕਿ ਦੋਨੇ ਸੰਖਿਆਵਾਂ ਦਾ ਗੁਣਨਫਲ 182 ਹੈ। ਅਕੋਰਡਿੰਗ ਟੂ ਕੁਐਸਚਨ ਦੋਨੇ ਸੰਖਿਆਵਾਂ ਦੀ ਗੁਣਾ ਕੀ ਹੈ, ਤਾਂ ਦੋਨਾਂ ਦੀ ਗੁਣਾ ਕਰ ਦਾਂਗੇ, ਬਰਾਬਰ ਕਿਹਦੇ ਕਰ ਦਾਂਗੇ, 182 ਦੇ। x ਦੀ ਮਲਟੀਪਲਾਈ 27 ਨਾਲ ਕਰਾਂਗੇ ਤਾਂ ਕਿੰਨਾ ਬਣ ਜਾਏਗਾ, 27x। ਫਿਰ x ਦੀ ਗੁਣਾ x ਨਾਲ ਕਰਾਂਗੇ, x ਸਕੁਅਰ ਬਰਾਬਰ 182। ਜਿਹੜੀ ਇਹ ਦੋਨੋਂ ਟਰਮਸ ਨੇ ਇਹਨਾਂ ਨੂੰ ਆਪਾਂ ਇੱਧਰਲੀ ਸਾਈਡ 'ਤੇ ਲੈ ਆਵਾਂਗੇ। ਜਦੋਂ ਸਾਈਡ ਚੇਂਜ ਕਰਾਂਗੇ ਇਹਨਾਂ ਦੇ ਸਾਈਨ ਕੀ ਹੋ ਜਾਣਗੇ, ਚੇਂਜ। ਜਿਹੜਾ -x ਸਕੁਅਰ ਹੈ ਉਹ ਬਣ ਜਾਏਗਾ ਪਲੱਸ ਦਾ, ਪਲੱਸ 27x ਉਹ ਬਣ ਜਾਏਗਾ ਮਾਈਨਸ ਦਾ। ਦੇਖੋ ਇਹ ਤਾਂ ਇੱਧਰ ਹੀ ਸੀ, ਇਸ ਕਰਕੇ ਇਹਦੀ ਤਾਂ ਕੋਈ ਸਾਈਨ ਚੇਂਜ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ, ਉਹਦਾ ਸਾਈਨ ਉਹੀ ਹੀ ਰਹੇਗਾ। ਹੁਣ ਅਗਰ ਆਪਾਂ ਇਸੇ 182 ਦੇ ਦੇਖੀਏ ਵੀ ਕੀ ਦੋ ਹਿੱਸੇ ਬਣਾਈਏ, ਇਹਦੇ ਕੀ ਗੁਣਨਖੰਡ ਬਣਾਈਏ ਤਾਂ ਕਿ ਉਹਨਾਂ ਨੂੰ ਜੋੜ ਕੇ ਜਾਂ ਘਟਾ ਕਰਕੇ 27 ਆ ਜਾਏ, ਤਾਂ ਉਹ ਬਣਨਗੇ ਤੁਹਾਡੇ 13 ਤੇ 14। 13 ਤੇ 14 ਦੀ ਗੁਣਾ ਕਰਾਂਗੇ 182 ਆਊਗਾ, 13 ਤੇ 14 ਨੂੰ ਜੋੜਾਂਗੇ ਤਾਂ ਕਿੰਨਾ ਆ ਜਾਊਗਾ, 27। ਹੁਣ ਦੇਖੋ ਇਹ 27 ਮਾਈਨਸ ਅਸੀਂ, ਠੀਕ ਹੈ, ਤਾਂ ਇਹਨਾਂ ਦੋਨਾਂ ਦੇ ਅੱਗੇ ਕੀ ਲੱਗ ਜੂਗਾ, ਮਾਈਨਸ। ਇਹਦੇ ਨਾਲ x ਸੀ ਤਾਂ ਦੋਨਾਂ ਦੇ ਨਾਲ ਕੀ ਲਾ ਦਾਂਗੇ ਆਪਾਂ, x। ਤਾਂ ਹੁਣ 27x ਦੀ ਜਗ੍ਹਾ 'ਤੇ ਆਪਾਂ ਕੀ ਲਿਖ ਦਾਂਗੇ, -27x ਦੀ ਜਗ੍ਹਾ 'ਤੇ -13x -14x। ਠੀਕ ਹੈ, ਕਿਉਂਕਿ ਆਪਾਂ ਜਾਣਦੇ ਹਾਂ ਕਿ ਮਾਈਨਸ ਵਾਲੇ ਟਰਮਸ ਜੋੜ ਹੋ ਜਾਂਦਾ ਹੈ, ਬਟ ਜੋ ਸਾਈਨ ਹੈ ਉਹ ਕਾਹਦਾ ਰਹਿੰਦਾ ਹੈ, ਮਾਈਨਸ ਦਾ। ਹੁਣ ਪਹਿਲੀ ਦੋ ਟਰਮਸ ਦੇਖੋ ਕੀ ਚੀਜ਼ ਕਾਮਨ ਹੈ, x, ਤੇ x ਬਾਹਰ ਨਿਕਾਲ ਲਾਂਗੇ। ਇਹਨਾਂ 'ਚ ਦੇਖੋ ਕੀ ਕਾਮਨ ਹੈ, 14। ਠੀਕ ਹੈ, ਜਦੋਂ ਇੱਕ ਮਾਈਨਸ ਦਾ ਹੋਵੇ ਇੱਕ ਪਲੱਸ ਦਾ ਹੋਵੇ, ਆਪਾਂ ਨੂੰ ਦੇਖੋ ਜਦੋਂ ਦੋਨੇ ਟਰਮਸ ਜਿਹੜੀ ਉਹ ਬ੍ਰੈਕਟ ਚਾਹੀਦੀਆਂ ਨੇ ਉਹ ਇਹਦੇ ਅਕੋਰਡਿੰਗ ਚਾਹੀਦੀਆਂ ਨੇ, ਫਰਸਟ ਬ੍ਰੈਕਟ ਦੇ ਅਕੋਰਡਿੰਗ। ਠੀਕ ਹੈ, ਆਪਾਂ ਨੂੰ ਉਰੇ ਇਕੱਲਾ x ਚਾਹੀਦਾ ਹੈ, ਬਟ ਇੱਥੇ x ਦੇ ਨਾਲ ਕੀ ਲੱਗਿਆ ਸੀ, -14, ਤਾਂ ਆਪਾਂ -14 ਬਾਹਰ ਨਿਕਾਲ ਲਾਂਗੇ ਕਾਮਨ। ਤਾਂ ਇੱਥੇ ਜਿਹੜਾ ਕਾਮਨ ਬ੍ਰੈਕਟ ਸੀ ਉਹ ਉਰੇ ਲਿਖ ਲਾਂਗੇ ਆਪਾਂ, x -13। ਇੱਥੇ ਕੀ ਬਚ ਗਿਆ, x, ਤੇ ਇੱਥੇ ਕੀ ਬਚ ਗਿਆ, -14। ਸੌਰੀ ਫॉर द ਡਿਸਟਰਬੈਂਸ, ਜੋ ਤੁਹਾਨੂੰ ਪਿੱਛੋਂ ਨੋਇਸ ਆਉਂਦੀ ਹੈ ਉਸ ਲਈ ਮੈਂ ਮਾਫੀ ਮੰਗਦੀ ਹਾਂ। ਹੁਣ ਆਪਾਂ ਨੇ ਕੀ ਕਰਨਾ ਹੈ ਕਿ ਜਿਹੜੇ ਦੋ ਗੁਣਨਖੰਡ ਬਣੇ ਹਨ ਇਹਨਾਂ ਨੂੰ ਇਕੱਲੇ ਨੂੰ 0 ਦੇ ਇੱਕੋ ਰੱਖ ਲੈਣਾ ਹੈ। ਠੀਕ ਹੈ ਜੀ, ਜਿਹੜਾ ਇਹ -13 ਇੱਧਰ ਆ ਕੇ +13 ਬਣ ਜਾਏਗਾ, ਜਿਹੜਾ -14 ਹੈ ਉਹ ਦੂਜੀ ਸਾਈਡ ਜਾ ਕੇ +14 ਬਣ ਜਾਏਗਾ। ਤਾਂ ਆਪਾਂ ਕੀ ਕਹਾਂਗੇ ਕਿ ਪਹਿਲੀ ਸੰਖਿਆ 13 ਹੈ ਤੇ ਦੂਜੀ ਸੰਖਿਆ ਕਿੰਨੀ ਆ ਜਾਊਗੀ ਆਪਣੀ, 27 'ਚ 13 ਮਾਈਨਸ ਕਰਾਂਗੇ ਕਿੰਨਾ ਆ ਜਾਏਗਾ, 14। ਜੇ ਪਹਿਲੀ ਨੂੰ 14 ਮੰਨਦੇ ਹਾਂ ਤਾਂ ਦੂਜੀ ਸੰਖਿਆ ਕਿੰਨੀ ਆ ਜਾਊਗੀ, 27 - 14 ਕਰਕੇ 13। ਤਾਂ ਮਤਲਬ ਦੋਨਾਂ ਵਿੱਚੋਂ ਇੱਕ ਸੰਖਿਆ 13 ਹੈ, ਇੱਕ ਸੰਖਿਆ 14 ਹੈ, ਜਿਨ੍ਹਾਂ ਨੂੰ ਜੋੜ ਕੇ 27 ਬਣਦਾ ਹੈ ਤੇ ਗੁਣਾ ਕਰਕੇ 182 ਬਣਦਾ ਹੈ। ਨੈਕਸਟ, ਦੋ ਲਗਾਤਾਰ ਧਨ ਸੰਪੂਰਨ ਸੰਖਿਆਵਾਂ ਪਤਾ ਕਰੋ ਜਿਨ੍ਹਾਂ ਦੇ ਵਰਗਾਂ ਦਾ ਜੋੜ 365 ਹੈ। ਇੱਕ ਆਪਣਾ ਕੁਐਸਚਨ ਹੈਗਾ, ਇੱਕ ਸਮਕੋਣ ਤ੍ਰਿਭੁਜ ਦੀ ਉਚਾਈ ਇਸ ਦੇ ਆਧਾਰ ਤੋਂ 7 ਸੈਂਟੀਮੀਟਰ ਘੱਟ ਹੈ, ਜੇਕਰ ਕਰਨ 13 ਸੈਂਟੀਮੀਟਰ ਹੋਵੇ ਤਾਂ ਬਾਕੀ ਭੁਜਾਵਾਂ ਪਤਾ ਕਰੋ। ਦੇਖੋ ਇੱਕ ਦੋ ਕੁਐਸਚਨਸ ਨੇ, ਇੱਕ ਵਾਰੀ ਤੁਸੀਂ ਅੱਜ ਖੁਦ ਸੋਲਵ ਕਰਨ ਦੀ ਕੋਸ਼ਿਸ਼ ਕਰਿਓ। ਠੀਕ ਹੈ, ਵੈਸੇ ਮੈਂ ਕੱਲ੍ਹ ਨੂੰ ਆਪਣੀ ਨੈਕਸਟ ਵੀਡੀਓ ਦੇ ਵਿੱਚ ਇਹਨਾਂ ਕੁਐਸਚਨਸ ਨੂੰ ਸੋਲਵ ਕਰੂੰਗੀ, ਤਾਂ ਤੁਸੀਂ ਦੇਖ ਲੈਣਾ ਜੋ ਤੁਹਾਡੀ ਪ੍ਰੋਬਲਮਸ ਹੋਣਗੀਆਂ ਕਿ ਉਹ ਚੰਗੀ ਤਰ੍ਹਾਂ ਸੋਲਵ ਹੋ ਜਾਣਗੀਆਂ ਉਹ ਵੀਡੀਓ ਦੇ ਵਿੱਚ। ਠੀਕ ਹੈ, ਵੀਡੀਓ ਦੇ ਅੰਤ ਤੱਕ ਬਣੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ। ਜੇ ਤੁਹਾਨੂੰ ਵੀਡੀਓਜ਼ ਅੱਛੀਆਂ ਲੱਗਦੀਆਂ ਹਨ ਤਾਂ ਇਹਨਾਂ ਨੂੰ ਆਪਣੀ ਫਰੈਂਡਸ ਨਾਲ ਵੀ ਸ਼ੇਅਰ ਕਰਿਆ ਕਰੋ ਅਤੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਵੀ ਜ਼ਰੂਰ ਕਰਨਾ। ਠੀਕ ਹੈ ਜੀ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਇਹਨਾਂ ਜੋ ਕੁਐਸਚਨਸ ਰਹਿ ਗਏ ਨੇ ਉਹਨਾਂ ਦੇ ਨਾਲ।